ਹੈਲੋ एवरीवन ਵੈਲਕਮ ਟੂ ਸਿਟੀ ਸ਼ਾਈਨ ਕਲਾਸਿਸ। ਸਿਟੀ ਸ਼ਾਈਨ ਕਲਾਸਿਸ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਯੂਨਿਟ ਫਸਟ ਤੇ ਸੈਕਿੰਡ ਦੋਨੋਂ ਇਸ ਵੀਡੀਓ ਦੇ ਵਿੱਚ ਕੰਪਲੀਟ ਕਰ ਲਵਾਂਗੇ ਤੇ ਜੋ ਇਹਨਾਂ ਯੂਨਿਟਸ ਦੀ PDF ਹੈ ਉਹ ਤੁਹਾਨੂੰ ਗਰੁੱਪ ਦੇ ਵਿੱਚ ਮਿਲ ਜਾਏਗੀ। WhatsApp ਐਂਡ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰੋ। ਵੀਡੀਓ ਦੀ ਡਿਸਕ੍ਰਿਪਸ਼ਨ 'ਚ ਲਿੰਕ ਦਿੱਤਾ ਹੋਇਆ ਹੈ ਜੀ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ। ਭਾਸ਼ਾ, ਅਰਥ ਤੇ ਪਰਿਭਾਸ਼ਾ। ਭਾਸ਼ਾ ਦੇ ਅਰਥਾਂ ਨੂੰ ਪਰਿਭਾਸ਼ਿਤ ਕਰਨਾ ਕੋਈ ਸਰਲ ਕਾਰਜ ਨਹੀਂ ਹੈ। ਇਹ ਇੱਕ ਗੁੰਝਲਦਾਰ ਪ੍ਰਕਿਰਿਆ ਹੈ ਜਿਸ ਨੂੰ ਵੱਖ-ਵੱਖ ਢੰਗਾਂ ਨਾਲ ਵੱਖ-ਵੱਖ ਵਿਗਿਆਨੀਆਂ ਨੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਭਾਸ਼ਾ ਦੇ ਅਰਥ ਹੇਠ ਲਿਖੇ ਅਨੁਸਾਰ ਹਨ। ਭਾਸ਼ਾ ਦਾ ਸ਼ਾਬਦਿਕ ਅਰਥ ਕੀ ਹੈ ਤੇ ਭਾਸ਼ਾ ਦਾ ਸਧਾਰਨ ਅਰਥ। ਭਾਸ਼ਾ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਧਾਤੂ ਭਾਸ਼ ਤੋਂ ਹੋਈ ਹੈ ਜਿਸ ਦਾ ਅਰਥ ਹੈ ਬੋਲਣਾ, ਵਰਣਨ ਕਰਨਾ ਜਾਂ ਸੰਬੋਧਨ ਕਰਨਾ। ਠੀਕ ਹੈ ਜੀ। ਉਰਦੂ ਵਿੱਚ ਭਾਸ਼ਾ ਲਈ ਜ਼ੁਬਾਨ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੇ ਅਰਥ ਹਨ ਬੋਲੀ ਤੇ ਜੀਭ। ਅੰਗਰੇਜ਼ੀ ਵਿੱਚ ਭਾਸ਼ਾ ਨੂੰ ਲੈਂਗੁਏਜ ਕਿਹਾ ਜਾਂਦਾ ਹੈ। ਸਧਾਰਨ ਅਰਥ ਕੀ ਹੈ ਕਿ ਸਧਾਰਨ ਰੂਪ ਵਿੱਚ ਭਾਸ਼ਾ ਸ਼ਬਦ ਦੀ ਵਰਤੋਂ ਆਪਣੇ ਵਿਚਾਰਾਂ, ਭਾਵਾਂ, ਮਨੋਰਥਾਂ ਆਦਿ ਨੂੰ ਸ਼ਬਦਾਂ ਰਾਹੀਂ ਪ੍ਰਗਟ ਕਰਨ ਦਾ ਨਾਂ ਹੀ ਬੋਲੀ ਜਾਂ ਭਾਸ਼ਾ ਹੈ। ਪੰਜਾਬੀ ਭਾਸ਼ਾ ਦੀ ਉਤਪੱਤੀ ਜਾਂ ਮੁੱਢਲੀ ਜਾਣਕਾਰੀ ਕੀ ਹੈ। ਆਰੀਆ ਲੋਕਾਂ ਦਾ ਭਾਰਤ ਵਿੱਚ ਦਾਖਲਾ, ਫਿਰ ਹੈ ਵੈਦਿਕ ਭਾਸ਼ਾ ਤੇ ਆਦੀਵਾਸੀਆਂ ਦੀਆਂ ਮਿਸ਼ਰਣ ਭਾਸ਼ਾਵਾਂ ਦਾ ਮਿਸ਼ਰਣ, ਪੰਜਾਬ ਤੇ ਸਿੰਧ ਉੱਤੇ ਆਰੀਆ ਦੀ ਜਿੱਤ, ਵੈਦਿਕ ਭਾਸ਼ਾ ਨੂੰ ਨਿਮਨਬੱਧ ਕਰਨਾ, ਵੈਦਿਕ ਭਾਸ਼ਾ ਦੀ ਉਤਪੱਤੀ, ਸੰਸਕ੍ਰਿਤ ਭਾਸ਼ਾ ਦੀ ਉਤਪੱਤੀ, ਆਰੀਆ ਦੁਆਰਾ ਵੱਖ-ਵੱਖ ਗਣਰਾਜਾਂ ਦੀ ਸਥਾਪਨਾ, ਸੰਸਕ੍ਰਿਤ ਦੀ ਘਟਦੀ ਹੋਈ ਸ੍ਰੇਸ਼ਟਤਾ। ਠੀਕ ਹੈ ਜੀ। ਇਸ ਤਰ੍ਹਾਂ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ ਰਿਗਵੇਦ ਕਾਲ ਤੋਂ ਲੈ ਕੇ। ਉਸ ਤੋਂ ਬਾਅਦ ਲਿਪੀ ਦਾ ਕੀ ਅਰਥ ਹੈ। ਭਾਸ਼ਾ ਨੂੰ ਲਿਖਤੀ ਰੂਪ ਦੇਣ ਲਈ ਜਾਂ ਉਸ ਨੂੰ ਸੰਭਾਲਣ ਲਈ ਜਿਹੜੇ ਲਿਖਤੀ ਚਿੰਨ੍ਹਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਉਸ ਨੂੰ ਸਮੂਹਿਕ ਰੂਪ ਵਿੱਚ ਲਿਪੀ ਕਿਹਾ ਜਾਂਦਾ ਹੈ। ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ ਆਪਾਂ ਪਹਿਲਾਂ ਹੀ ਪਿਛਲੀ ਵੀਡੀਓ ਦੇ ਵਿੱਚ ਪੜ੍ਹ ਆਏ ਹਾਂ ਜੀ। ਉਹੀ ਕੁਐਸਚਨ ਹੈ। ਗੁਰਮੁਖੀ ਲਿਪੀ ਦਾ ਸਰੂਪ ਤੇ ਪੰਜਾਬੀ ਲਈ ਕਿਉਂ ਢੁਕਵੀਂ ਹੈ। ਠੀਕ ਹੈ ਜੀ। ਗੁਰਮੁਖੀ ਲਿਪੀ ਹੋਰਨਾਂ ਲਿਪੀਆਂ ਦੀ ਤੁਲਨਾ ਨਾਲ ਕਿਵੇਂ, ਪਹਿਲਾਂ ਆਪਾਂ ਦੇਵਨਾਗਰੀ ਨਾਲ ਕਰ ਲਾਂਗੇ, ਰੋਮਨ ਨਾਲ ਕਰ ਲਾਂਗੇ। ਠੀਕ ਹੈ ਜੀ। ਉਸ ਤਰ੍ਹਾਂ ਸਵਰ ਤੇ ਵਿਅੰਜਨਾਂ ਦੀ ਜੋ ਗਿਣਤੀ ਹੈ ਉਹ ਹੈ 3 ਸਵਰ ਨੇ ਆਪਣੀ ਪੰਜਾਬੀ 'ਚ ਤੇ ਰੋਮਨ 'ਚ 32 ਵਿਅੰਜਨ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਖਾਮੋਸ਼ ਅੱਖਰਾਂ ਦੀ ਜੋ ਸਮੱਸਿਆ ਹੈ ਆਪਣੇ ਇੰਗਲਿਸ਼ ਦੇ ਵਿੱਚ ਜੋ ਸਾਇਲੈਂਟ ਵਰਡਸ ਹੁੰਦੇ ਨੇ, ਲੈਟਰਸ ਹੁੰਦੇ ਨੇ, ਉਹ ਇੱਧਰ ਨਹੀਂ ਹੈਗੇ ਆਪਣੀ ਪੰਜਾਬੀ 'ਚ। ਲਗਾ ਮਾਤਰਾਵਾਂ ਦੀ ਅਣਹੋਂਦ ਹੈ, ਇੱਧਰ ਲਗਾ ਮਾਤਰਾਵਾਂ ਲੱਗਦੀਆਂ ਨੇ। ਪੰਜਾਬੀ ਦੀਆਂ ਟ, ਤ, ਚ ਧੁਨੀਆਂ ਦੇ ਮੁਕਾਬਲੇ ਰੋਮਨ ਵਿੱਚ ਕੇਵਲ ਟੀ ਧੁਨੀ ਵਰਤੀ ਜਾਂਦੀ ਹੈ। ਰੋਮਨ ਲਿਪੀ ਵਿਚਲਾ ਏ ਤੇ ਪੰਜਾਬੀ ਦੀਆਂ ਕਈ ਧੁਨੀਆਂ ਰੋਮਨ ਵਿੱਚ ਹੁੰਦੀਆਂ ਨੇ, ਆ, ਏ ਅਤੇ ਐ। ਠੀਕ ਹੈ ਜੀ। ਰੋਮਨ ਲਿਪੀ ਵਿੱਚ ਯੂ ਅਤੇ ਪੰਜਾਬੀ ਭਾਸ਼ਾ ਦੀਆਂ ਆ, ਓ, ਊ ਧੁਨੀਆਂ ਹੁੰਦੀਆਂ ਨੇ। ਪੰਜਾਬੀ ਅਧਿਆਪਨ ਦੇ ਸਿਧਾਂਤ ਕਿਹੜੇ-ਕਿਹੜੇ ਨੇ। ਵਿਅਕਤੀਗਤ ਅੰਤਰ ਦਾ ਸਿਧਾਂਤ ਹੈ, ਅਭਿਪ੍ਰੇਰਣਾ ਦਾ ਸਿਧਾਂਤ, ਚੋਣ ਤੇ ਵੰਡ ਦਾ ਸਿਧਾਂਤ, ਸੁਮੇਲਤਾ ਦਾ ਸਿਧਾਂਤ, ਮੌਖਿਕ ਕਾਰਜ ਦਾ ਸਿਧਾਂਤ, ਪਾਠ ਸਮੱਗਰੀ ਦਾ ਸਿਧਾਂਤ, ਤਖਸ਼ੀਸ਼ ਤੇ ਉਪਚਾਰ ਦਾ ਸਿਧਾਂਤ, ਪ੍ਰਗਟਾਓ ਵਿੱਚ ਪਰਿਪੱਕਤਾ ਦਾ ਸਿਧਾਂਤ, ਸਹਾਇਕ ਸਾਧਨਾਂ ਦੀ ਵਰਤੋਂ ਦਾ ਸਿਧਾਂਤ, ਭਾਸ਼ਾ ਦੇ ਹਰੇਕ ਅੰਗ ਵੱਲ ਧਿਆਨ ਦੇਣ ਦਾ ਸਿਧਾਂਤ, ਜੀਵਨ ਨਾਲ ਸੰਬੰਧਿਤ ਸਿਧਾਂਤ, ਸੁਭਾਵਿਕਤਾ ਦਾ ਸਿਧਾਂਤ, ਸੁਤੰਤਰ ਵਾਤਾਵਰਨ ਦਾ ਸਿਧਾਂਤ, ਅਨੁਕਰਨ ਦਾ ਸਿਧਾਂਤ, ਅਨੁਪਾਤ ਦੇ ਕ੍ਰਮ ਦਾ ਸਿਧਾਂਤ, ਕਿਰਿਆਸ਼ੀਲਤਾ ਦਾ ਸਿਧਾਂਤ, ਬੋਲਚਾਲ ਦਾ ਸਿਧਾਂਤ, ਰੁਚੀ ਦਾ ਸਿਧਾਂਤ, ਵਿਦਿਆਰਥੀ ਕੇਂਦਰਤਾ ਦਾ ਸਿਧਾਂਤ ਤੇ ਅਭਿਆਸ ਦਾ ਸਿਧਾਂਤ। ਠੀਕ ਹੈ ਜੀ। ਇਹ ਸਿਧਾਂਤ ਨੇ ਪੰਜਾਬੀ ਅਧਿਆਪਨ ਦੇ ਸਧਾਰਨ ਸਿਧਾਂਤ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਪੰਜਾਬੀ ਭਾਸ਼ਾ ਦੀ ਸਿੱਖਿਆ। ਗਿਆਤ ਤੋਂ ਅਗਿਆਤ ਵੱਲ, ਸੌਖੇ ਤੋਂ ਔਖੇ ਵੱਲ। ਜਿਹੜਾ ਆਪਾਂ ਜਾਣਿਆ ਹੋਇਆ ਹੈ ਉਸ ਤੋਂ ਕਿ ਆਪਾਂ ਇੱਕ ਚੀਜ਼ ਨੂੰ ਜਾਣਦੇ ਹਾਂ, ਉਸ ਤੋਂ ਲੈ ਕੇ ਜਿਹੜੀ ਚੀਜ਼ ਨੂੰ ਆਪਾਂ ਨਹੀਂ ਜਾਣਦੇ ਪਹਿਲਾਂ ਆਪਾਂ ਜਿਹਨੂੰ ਜਾਣਦੇ ਹਾਂ ਉਹਦੇ ਤੋਂ ਸਟਾਰਟ ਕਰਾਂਗੇ ਤੇ ਫਿਰ ਜਿਹਨੂੰ ਨਹੀਂ ਜਾਣਦੇ ਉਹਦੇ ਵੱਲ ਜਾਵਾਂਗੇ। ਪਹਿਲਾਂ ਸੌਖੀ ਚੀਜ਼ ਕਰਾਂਗੇ ਤੇ ਫਿਰ ਔਖੀ ਕਰਾਂਗੇ। ਪਹਿਲਾਂ ਖਾਸ ਕਰਾਂਗੇ, ਮੇਨ ਪੁਆਇੰਟ ਕਰਾਂਗੇ, ਫਿਰ ਕੀ ਕਰਾਂਗੇ, ਆਮ ਵੱਲ ਜਾਵਾਂਗੇ। ਮੂਰਤ ਵੱਲ ਪਹਿਲਾਂ ਕਰਾਂਗੇ ਤੇ ਫਿਰ ਅਮੂਰਤ ਵੱਲ। ਪਹਿਲਾਂ ਜੋ ਚੀਜ਼ ਆਪਾਂ ਮੂਰਤ ਮਤਲਬ ਜੋ ਚੀਜ਼ ਦੇਖੀ ਹੋਈ ਹੈ, ਜੋ ਆਪਣੇ ਸਾਹਮਣੇ ਹੈ, ਠੀਕ ਹੈ, ਉਹ ਕਰਾਂਗੇ। ਫਿਰ ਅਮੂਰਤ ਜੋ ਨਹੀਂ ਦੇਖੀ ਉਹਦੀ ਆਪਾਂ ਕਲਪਨਾ ਕਰਾਂਗੇ। ਪੂਰਨ ਤੋਂ ਅੰਸ਼ ਵੱਲ ਕਿ ਪਹਿਲਾਂ ਆਪਾਂ ਪੂਰਾ ਵਾਕ ਪੜ੍ਹਾਂਗੇ ਫਿਰ ਉਹਦਾ ਨਿੱਕੇ-ਨਿੱਕੇ ਅੰਸ਼ ਵੇਖਾਂਗੇ। ਆਗਮਨ ਤੋਂ ਨਿਗਮਨ ਵੱਲ। ਆਗਮਨ ਜਿਹੜੀ ਵਿਧੀ ਹੈ ਤੇ ਨਿਗਮਨ ਵਿਧੀ ਹੈ, ਇਹਨੂੰ ਧਿਆਨ ਨਾਲ ਕਰੋ। ਕਹਿੰਦੇ ਹੈ ਕਿ ਮਾਤ ਭਾਸ਼ਾ ਅਧਿਆਪਕ ਦੇ ਅਧਿਆਪਨ ਨੂੰ ਵਿਆਕਰਨ ਦੀ ਸਿੱਖਿਆ ਦੇਣ ਲਈ ਆਗਮਨ ਤੋਂ ਨਿਗਮਨ ਵਿਧੀ ਨਾਲ ਪੜ੍ਹਾਉਣਾ ਚਾਹੀਦਾ ਹੈ।
ਆਗਮਨ ਵਿਧੀ ਰਾਹੀਂ ਕਿਸੇ ਵਿਸ਼ੇਸ਼ ਵਿਸ਼ੇ ਸੰਬੰਧੀ ਪਹਿਲਾਂ ਉਦਾਹਰਨਾਂ ਪੇਸ਼ ਕੀਤੀਆਂ ਜਾਂਦੀਆਂ ਹਨ, ਉਹਨਾਂ ਨੂੰ ਗੌ ਨਾਲ ਰੱਖਿਆ ਜਾਂਦਾ ਹੈ। ਗੌ ਮਤਲਬ ਧਿਆਨ, ਤੇ ਫਿਰ ਕਿਸੇ ਇੱਕ ਸਿਧਾਂਤ 'ਤੇ ਪੁੱਜਿਆ ਜਾਂਦਾ ਹੈ। ਪਹਿਲਾਂ ਕੀ ਕੀਤਾ ਜਾਂਦਾ ਹੈ, ਉਦਾਹਰਨਾਂ ਪੇਸ਼ ਕੀਤੀਆਂ ਜਾਂਦੀਆਂ ਨੇ, ਠੀਕ ਹੈ ਜੀ, ਫਿਰ ਕਿਸੇ ਸਿਧਾਂਤ 'ਤੇ ਪਹੁੰਚਿਆ ਜਾਂਦਾ ਹੈ। ਅਤੇ ਇੱਧਰ ਕੀ ਹੁੰਦਾ ਹੈ, ਪਹਿਲਾਂ ਆਪਾਂ ਸਾਰਾ ਪਾਠ ਪੜ੍ਹਦੇ ਹਾਂ ਅਤੇ ਉਸ ਤੋਂ ਬਾਅਦ ਉਦਾਹਰਨ ਦਿੰਦੇ ਹਾਂ, ਠੀਕ ਹੈ ਜੀ। ਸੁਣਨ ਪ੍ਰਕਿਰਿਆ, ਸੁਣਨ ਕੌਸ਼ਲ ਦਾ ਕੀ ਅਰਥ ਹੈ? ਸੁਣਨ ਕੌਸ਼ਲ ਤੋਂ ਭਾਵ ਕਿਸੇ ਵਿਅਕਤੀ ਦੁਆਰਾ ਉਚਾਰਨ ਧੁਨੀਆਂ, ਸ਼ਬਦਾਂ, ਭਾਵਾਂ, ਵਿਚਾਰਾਂ ਨੂੰ ਕੰਨਾਂ ਨਾਲ ਸੁਣ ਕੇ ਉਹਨਾਂ ਦੇ ਅਰਥ ਗ੍ਰਹਿਣ ਕਰਨ ਦੀ ਕਿਰਿਆ ਹੈ। ਸੋ ਸੁਣਨ ਅਤੇ ਸਮਝਣ ਦੇ ਕੌਸ਼ਲ ਦਾ ਅਰਥ ਹੈ ਕਿ ਪਹਿਲਾਂ ਧਿਆਨ ਨਾਲ ਵਕਤੇ ਦੀ ਗੱਲ ਨੂੰ ਸੁਣਨਾ ਅਤੇ ਨਾਲ ਹੀ ਉਸ ਨੂੰ ਸਾਰਥਕ ਤਰੀਕੇ ਨਾਲ ਸਮਝਣਾ। ਸੋ ਭਾਸ਼ਾ ਸਿੱਖਿਆ ਵਿੱਚ ਸੁਣਨ ਤੋਂ ਭਾਵ ਹੈ ਧਿਆਨ ਨਾਲ ਸੁਣ ਕੇ ਸਮਝਣਾ। ਸੁਣਨ ਅਤੇ ਸਮਝਣ ਦਾ ਸੰਬੰਧ ਕੀ ਹੈ? ਸੁਣਨ ਅਤੇ ਸਮਝਣਾ ਭਾਸ਼ਾ ਸਿੱਖਿਆ ਦਾ ਪਹਿਲਾ ਪੜਾਅ ਹੈ। ਬੱਚਾ ਆਪਣੀ ਭਾਸ਼ਾ ਸਿੱਖਿਆ ਦੀ ਸ਼ੁਰੂਆਤ ਇਸ ਕੌਸ਼ਲ ਤੋਂ ਹੀ ਕਰਦਾ ਹੈ। ਸੁਣਨ ਅਤੇ ਸਮਝਣ ਦੋਵੇਂ ਹੀ ਅੰਤਰ ਸੰਬੰਧਿਤ ਕਿਰਿਆਵਾਂ ਹਨ। ਜੇਕਰ ਅਸੀਂ ਕਿਸੇ ਗੱਲ ਨੂੰ ਧਿਆਨ ਨਾਲ ਸੁਣਦੇ ਹਾਂ ਪਰ ਸਮਝਦੇ ਨਹੀਂ ਤਾਂ ਇਹ ਸੁਣਨਾ ਨਹੀਂ ਕਿਹਾ ਜਾ ਸਕਦਾ। ਸੁਣਨ ਕੌਸ਼ਲ ਦੀ ਕੀ ਮਹੱਤਤਾ ਹੈ? ਮਾਤ ਭਾਸ਼ਾ ਸਿੱਖਿਆ ਵਿੱਚ ਸੁਣਨ ਕੌਸ਼ਲ ਦਾ ਸੰਬੰਧ ਬਹੁਤ ਹੀ ਮਹੱਤਵਪੂਰਨ ਹੈ। ਇਹ ਭਾਸ਼ਾਈ ਕੌਸ਼ਲਾਂ ਵਿੱਚੋਂ ਪਹਿਲਾ ਕੌਸ਼ਲ ਹੈ। ਜਦੋਂ ਤੱਕ ਬੱਚਾ ਕਿਸੇ ਵੀ ਗੱਲ ਨੂੰ ਸੁਣਦਾ ਜਾਂ ਸਮਝਦਾ ਨਹੀਂ, ਉਹ ਭਾਸ਼ਾ ਦੇ ਕਿਸੇ ਹੋਰ ਕੌਸ਼ਲ ਤੱਕ ਨਹੀਂ ਪਹੁੰਚ ਸਕਦਾ। ਸੁਣਨ ਕੌਸ਼ਲ ਸਾਡੀ ਗਿਆਨ ਪ੍ਰਾਪਤੀ ਦਾ ਮੁੱਖ ਸਾਧਨ ਹੈ। ਜੇਕਰ ਬੱਚੇ ਨੂੰ ਘਰੋਗੀ ਵਾਤਾਵਰਨ ਵਿੱਚ ਭਾਸ਼ਾ ਸੁਣਨ ਨੂੰ ਨਾ ਮਿਲੇ ਤਾਂ ਉਹ ਜ਼ਿੰਦਗੀ ਭਰ ਬੋਲ ਨਹੀਂ ਸਕੇਗਾ। ਬੱਚੇ ਦੇ ਭਾਸ਼ਾ ਵਿਕਾਸ ਅਤੇ ਸ਼ਖਸੀਅਤ ਦਾ ਵਿਕਾਸ ਵਿੱਚ ਸੁਣਨ ਕੌਸ਼ਲ ਦਾ ਬਹੁਤ ਮਹੱਤਵ ਹੈ। ਅਸ਼ੁੱਧ ਉਚਾਰਨ ਦੇ ਕਾਰਨ ਕੀ ਨੇ? ਅਸ਼ੁੱਧ ਉਚਾਰਨ ਦੇ ਹੇਠ ਲਿਖੇ ਕਾਰਨ ਹਨ, ਜਿਵੇਂ ਕਿ ਸਰੀਰਕ ਅਤੇ ਵਿਅਕਤੀਗਤ ਕਾਰਨ, ਆਰਥਿਕ ਕਾਰਨ, ਮਨੋਵਿਗਿਆਨਿਕ ਕਾਰਨ, ਛਾਪੇਖਾਨੇ ਦਾ ਪ੍ਰਭਾਵ, ਸਮਾਜਿਕ ਕਾਰਨ, ਵਿਦਿਅਕ ਕਾਰਨ ਅਤੇ ਭੂਗੋਲਿਕ ਕਾਰਨ। ਉਸ ਤੋਂ ਬਾਅਦ ਹੈ ਕਿ ਪੜ੍ਹਨਾ ਸਿਖਾਉਣ ਦੇ ਢੰਗ ਜਾਂ ਵਿਧੀਆਂ ਕਿਹੜੀਆਂ-ਕਿਹੜੀਆਂ ਹਨ? ਵਾਚਨ ਜਾਂ ਪੜ੍ਹਨ ਦੀਆਂ ਵਿਧੀਆਂ ਨੇ ਸ਼ਬਦ ਵਿਧੀ, ਸਮਧੁਨੀ ਵਿਧੀ, ਅੱਖਰ ਬੋਧ ਵਿਧੀ, ਸਹਿ ਸੰਬੰਧ ਵਿਧੀ, ਵਾਕੰਸ਼ ਵਿਧੀ, ਵਾਕ ਵਿਧੀ, ਕਹਾਣੀ ਵਿਧੀ, ਅਨੁਕਰਨ ਵਿਧੀ, ਸਮੂਹਿਕ ਪਾਠ ਵਿਧੀ, ਸੰਯੁਕਤ ਵਿਧੀ, ਭਾਸ਼ਾ ਸਿੱਖਿਆ ਯੰਤਰ ਵਿਧੀ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਪੜ੍ਹਨ ਜਾਂ ਵਾਚਨ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਨੇ? ਵਾਚਨ ਜਾਂ ਪੜ੍ਹਨ ਦੀਆਂ ਦੋ ਕਿਸਮਾਂ ਨੇ, ਸੂਖਮ ਪੜ੍ਹਾਈ ਅਤੇ ਸਥੂਲ ਪੜ੍ਹਾਈ। ਸੂਖਮ ਪੜ੍ਹਾਈ ਕੀ ਹੈ? ਕੌਮੀ ਸਿੱਖਿਆ ਨੀਤੀ ਅਤੇ ਵਿਸ਼ੇ ਦੇ ਅਧਿਆਪਨ ਦੇ ਉਦੇਸ਼ਾਂ ਦੀ ਪੂਰਤੀ ਲਈ ਨਿਰਧਾਰਿਤ ਪਾਠਕ੍ਰਮ ਦੇ ਆਧਾਰ 'ਤੇ ਅਨੁਭਵੀ, ਯੋਗ ਅਤੇ ਕੁਸ਼ਲ ਅਧਿਆਪਕਾਂ ਅਤੇ ਵਿਸ਼ਾ ਮਾਹਰਾਂ ਵੱਲੋਂ ਤਿਆਰ ਕੀਤੀਆਂ ਪਾਠ ਪੁਸਤਕਾਂ ਦੀ ਸਹਾਇਤਾ ਨਾਲ ਕਰਵਾਈ ਜਾਣ ਵਾਲੀ ਪੜ੍ਹਾਈ ਨੂੰ ਸੂਖਮ ਪੜ੍ਹਾਈ ਕਹਿੰਦੇ ਨੇ। ਉੱਚੀ ਪਾਠ ਦਾ ਸ਼ਾਬਦਿਕ ਅਰਥ ਹੈ ਉੱਚੀ ਆਵਾਜ਼ ਵਿੱਚ ਪੜ੍ਹਨਾ। ਜਦੋਂ ਛੋਟੇ ਬੱਚੇ ਨੇ ਤਾਂ ਆਪਾਂ ਕਹਿੰਦੇ ਨਾ ਕਿ ਉੱਚੀ ਉੱਚੀ ਬੋਲ ਕੇ ਪੜ੍ਹੋ, ਤਾਂ ਉਹ ਉੱਚੀ ਪਾਠ ਕਰਦੇ ਨੇ ਅਤੇ ਫਿਰ ਉਹ ਸਮਝਦੇ ਨੇ। ਉਸ ਤੋਂ ਬਾਅਦ ਹੈ ਮੌਨ ਪਾਠ, ਆਪਣੇ ਮਨ ਹੀ ਮਨ ਬਿਨਾਂ ਬੁੱਲ ਹਿਲਾਏ ਆਪਣੇ ਅੰਦਰ ਹੀ ਅੰਦਰ ਪੜ੍ਹਨਾ। ਸਥੂਲ ਪੜ੍ਹਾਈ ਕੀ ਹੈ? ਸਥੂਲ ਪੜ੍ਹਾਈ ਹੈ ਕਿ ਅਜੋਕੀ ਸਿੱਖਿਆ ਪ੍ਰਣਾਲੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਕੂਲੀ ਅਤੇ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਸੰਸਾਰਿਕ ਜੀਵਨ ਦੇ ਬਹੁਪੱਖੀ ਗਿਆਨ ਤੋਂ ਜਾਣੂ ਕਰਵਾਉਣਾ ਹੈ, ਠੀਕ ਹੈ ਜੀ। ਕਿ ਜਦੋਂ ਬੱਚਾ ਆਪਣੇ ਆਸੇ ਪਾਸੇ ਦੀ ਸਿੱਖਿਆ ਵੀ ਲਏਗਾ, ਠੀਕ ਹੈ, ਮੈਗਜ਼ੀਨ ਅਖਬਾਰਾਂ ਨੂੰ ਪੜ੍ਹੇਗਾ ਅਤੇ ਉਹ ਸਥੂਲ ਪੜ੍ਹਾਈ ਕਰੇਗਾ, ਠੀਕ ਹੈ ਜੀ। ਸੂਖਮ ਉਹ ਹੈ ਜਿਹੜੀ ਆਪਾਂ ਬੱਚੇ ਆਪਣੇ ਹੀ ਸਿਲੇਬਸ ਦੇ ਵਿੱਚੋਂ ਕਰਦੇ ਨੇ। ਉਸ ਤੋਂ ਬਾਅਦ ਲਿਖਣ ਕੌਸ਼ਲ ਹੈ। ਬੱਚਿਆਂ ਨੂੰ ਗੁਰਮੁਖੀ ਲਿਪੀ ਵਿੱਚ ਪੜ੍ਹ ਕੇ ਅਰਥ ਗ੍ਰਹਿਣ ਕਰਨ ਅਤੇ ਭਾਵ, ਵਿਚਾਰ ਅਤੇ ਅਨੁਭਵਾਂ ਨੂੰ ਲਿਖਿਤ ਭਾਸ਼ਾ ਦੇ ਮਾਧਿਅਮ ਨਾਲ ਪ੍ਰਗਟ ਕਰਨ ਵਿੱਚ ਨਿਪੁੰਨ ਬਣਾਉਣਾ। ਲਿਖਣਾ ਇੱਕ ਕਲਾ ਹੈ ਜਿਸ ਵਿੱਚ ਅੱਖਾਂ ਅਤੇ ਹੱਥ ਦੋਵੇਂ ਇਕੱਠੇ ਕੰਮ ਕਰਦੇ ਹਨ। ਅਸਲ ਵਿੱਚ ਮਨੋ ਭਾਵਾਂ, ਵਿਚਾਰਾਂ ਅਤੇ ਜ਼ੁਬਾਨੀ ਬੋਲਾਂ ਨੂੰ ਲਿਖਤੀ ਰੂਪ ਦੇਣਾ ਹੀ ਭਾਸ਼ਾ ਦਾ ਅਹਿਮ ਉਦੇਸ਼ ਹੈ। ਲਿਖਣਾ ਸਿਖਾਉਣ ਜਾਂ ਤਿਆਰੀ ਦਾ ਅਵਸਥਾਵਾਂ ਕੀ ਨੇ? ਸਾਧਨ। ਲਿਖਣਾ ਸਿਖਾਉਣ ਦੇ ਲਈ ਮਾਤ ਭਾਸ਼ਾ ਦੇ ਅਧਿਆਪਕ ਨੂੰ ਕਈ ਯਤਨ ਕਰਨੇ ਪੈਂਦੇ ਹਨ, ਕਿਉਂਕਿ ਇਸ ਪੱਧਰ ਦੇ ਬੱਚਿਆਂ ਦਾ ਬੌਧਿਕ ਪੱਧਰ ਨਿੰਮ ਹੋਣ ਕਰਕੇ ਅਧਿਆਪਕ ਦਾ ਕੰਮ ਕਈ ਗੁਣਾ ਵੱਧ ਜਾਂਦਾ ਹੈ। ਰਵਿੰਦਰਨਾਥ ਟੈਗੋਰ ਜੀ ਨੇ ਬੱਚੇ ਦੀ ਤੁਲਨਾ ਮੋਮ ਨਾਲ ਕੀਤੀ ਹੈ ਅਤੇ ਕਿਹਾ ਹੈ ਕਿ ਛੋਟੇ ਬੱਚੇ ਨੂੰ ਜਿਸ ਸਾਂਚੇ ਵਿੱਚ ਢਾਲ ਲਿਆ ਜਾਵੇਗਾ ਉਹ ਢਲ ਜਾਵੇਗਾ। ਇਸੇ ਲਈ ਬੱਚਿਆਂ ਦੇ ਹੱਥਾਂ ਨੂੰ ਵੀ ਇੱਕ ਖਾਸ ਸ਼ੈਲੀ ਵਿੱਚ ਮੁੜਨ ਅਤੇ ਲਿਖਣ ਦਾ ਅਭਿਆਸ ਕਰਵਾ ਕੇ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ਬੱਚੇ ਨੂੰ ਇਸ ਖੇਡ ਤੋਂ ਵੱਧ ਕੁਝ ਨਾ ਜਾਪੇ।
ਸੁਲੇਖ ਕੀ ਹੈ ਕਿ ਸੋਹਣੀ ਰਾਈਟਿੰਗ ਲਿਖਣਾ, ਠੀਕ ਹੈ ਜੀ। ਬੱਚੇ ਨੂੰ ਲਿਖਣ ਦੇ ਵੱਧ ਮੌਕੇ ਦੇਣੇ ਚਾਹੀਦੇ ਨੇ। ਸੁਲੇਖ ਉੱਤਰ ਕਾਪੀਆਂ ਬਣਵਾਉਣੀਆਂ ਚਾਹੀਦੀਆਂ ਨੇ। ਸੁਲੇਖ ਸਿੱਖਿਆ ਮੁਕਾਬਲੇ ਕਰਵਾਉਣੇ ਚਾਹੀਦੇ ਨੇ। ਸੁੰਦਰ ਲਿਖਣ ਦੇ ਅਭਿਆਸ ਕਰਵਾਉਣੇ ਚਾਹੀਦੇ ਨੇ। ਅਧਿਆਪਕ ਵੱਲੋਂ ਪ੍ਰਸ਼ੰਸਾ ਕਰੇ। ਜੇਕਰ ਬੱਚਾ ਕੋਈ ਵਧੀਆ ਲਿਖਦਾ ਹੈ ਤਾਂ ਅਧਿਆਪਕ ਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਕਿ ਬੱਚੇ ਤੁਸੀਂ ਵਧੀਆ ਲਿਖਿਆ। ਬੱਚਿਆਂ ਵੱਲ ਵਿਅਕਤੀਗਤ ਤੌਰ 'ਤੇ ਧਿਆਨ ਦੇਣਾ। ਅਸ਼ੁੱਧ ਸ਼ਬਦ ਜੋੜ ਜਾਂ ਲਿਖਤ ਰਚਨਾ ਵਿੱਚ ਪਿਛੜੇਪਨ ਦੇ ਸੁਧਾਰ ਕਿਵੇਂ ਕੀਤੇ ਜਾ ਸਕਦੇ ਨੇ। ਬੱਚਿਆਂ ਨੂੰ ਲਿਖਣ ਦਾ ਸੁਤੰਤਰ ਵਾਤਾਵਰਨ ਪਹਿਲਾਂ ਪ੍ਰਦਾਨ ਕਰਨਾ ਚਾਹੀਦਾ ਹੈ। ਅਧਿਆਪਕ ਦੀ ਯੋਗ ਅਗਵਾਈ। ਬੱਚੇ ਵੱਲ ਵਿਅਕਤੀਗਤ ਤੌਰ 'ਤੇ ਧਿਆਨ ਦੇਣਾ। ਲਿਖਣ ਰੁਚੀਆਂ ਵਿਕਸਿਤ ਕਰਨੀਆਂ। ਲਿਖਤ ਕੰਮ ਦੀ ਸੁਧਾਈ ਨਾਲੋਂ ਨਾਲ ਕਰਨੀ। ਲਿਖਤ ਰਚਨਾ ਦਾ ਅਭਿਆਸ ਕਰਵਾਉਣਾ, ਠੀਕ ਹੈ ਜੀ। ਇਹ ਸੀ ਕੁਐਸਚਨਸ ਅੱਜ ਦੇ। ਤਾਂ 2 ਯੂਨਿਟਸ ਕੰਪਲੀਟ ਹੋ ਗਈਆਂ ਨੇ, ਫਸਟ ਐਂਡ ਸੈਕਿੰਡ ਯੂਨਿਟ। ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਕੋਈ ਵੀ ਡਾਊਟ ਹੈ ਵਟਸਐਪ ਐਂਡ ਟੈਲੀਗ੍ਰਾਮ ਗਰੁੱਪ ਦੇ ਵਿੱਚ ਪੁੱਛ ਸਕਦੇ ਹੋ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ। ਥੈਂਕਸ ਟੂ ਆਲ, ਥੈਂਕਸ ਫॉर ਵਾਚਿੰਗ।